ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਗਰਾਊਂਡ ਤੇ ਨੇ। ਕੇਵਲ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਲੋਕ ਸਭਾ ਇਲੈਕਸ਼ਨ ਲੜੀ ਸੀ। ਢਿੱਲੋਂ ਸਾਹਿਬ, ਇਸਤਕਬਾਲ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਲਈ ਸਮਾਂ ਕੱਢਣ ਦੇ ਲਈ। ਧੰਨਵਾਦ ਜੀ, ਥੈਂਕ ਯੂ। ਢਿੱਲੋਂ ਸਾਹਿਬ, ਕਿਵੇਂ ਦੇਖਦੇ ਹੋ? ਪਹਿਲਾਂ ਕਾਂਗਰਸ ਤੋਂ ਤੁਸੀਂ ਵੱਡੇ ਪੱਧਰ ਤੇ ਸਿਆਸੀ ਟੱਕਰ ਭਗਵੰਤ ਸਿੰਘ ਮਾਨ ਨੂੰ ਦਿੱਤੀ ਸੀ, ਸਮਾਂ ਬਦਲ ਗਿਆ, ਸਿਚੁਏਸ਼ਨ ਬਦਲ ਗਈ, ਟਿਕਟ ਵੀ ਬਦਲ ਗਈ, ਪਾਰਟੀਆਂ ਵੀ ਬਦਲ ਗਈਆਂ। ਕੇਵਲ ਸਿੰਘ ਢਿੱਲੋਂ ਕਿਵੇਂ ਦੇਖ ਰਹੇ ਨੇ ਸਾਰੇ ਸਿਨੈਰੀਓ ਨੂੰ? ਬਿਲਕੁਲ ਠੀਕ ਹੈ, ਸਿਚੁਏਸ਼ਨ ਵੀ ਬਦਲ ਗਈ। ਜਿਹੜੀ ਇਸ ਵੇਲੇ ਭਾਈ ਸਾਹਿਬ ਸਿਚੁਏਸ਼ਨ ਆ ਉਹ ਕਾਨੂੰਨ ਅਵਸਥਾ ਦੀ ਸਿਚੁਏਸ਼ਨ ਆ, ਜਿਹਦੇ ਤੇ ਮੁੱਦੇ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ। ਕਿ ਜਿਸ ਤਰ੍ਹਾਂ ਬਹੁਤ ਵੱਡਾ ਮੈਂਡੇਟ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ, ਜਿਹਦੇ ਵਿੱਚ ਅਸੀਂ ਖੁਸ਼ ਸੀ ਵੀ ਚਲੋ 5 ਸਾਲ ਦੇ ਵਿੱਚ ਜੋ ਵਾਅਦੇ ਕੀਤੇ ਉਹ ਪੂਰੇ ਨਿਭਾਉਣਗੇ, ਪਰ 2.5 ਸਾਲਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਕਾਨੂੰਨ ਅਵਸਥਾ ਔਰ ਆਰਥਿਕ ਹਾਲਤ ਇੰਨੀ ਗਿਰ ਚੁੱਕੀ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਬੜਾ ਡਰ ਦਾ ਮਾਹੌਲ, ਲੋਕੀ ਸਹਿਮੇ ਹੋਏ ਆ। ਸੋ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਸਾਡਾ ਅਸੀਂ ਕੀ ਕਹਿਣਾ ਚਾਹੁੰਦੇ ਆ ਕਿ ਬੀਜੇਪੀ ਮੇਰਾ ਜੁਆਇਨ ਕਰਨ ਦਾ ਮਕਸਦ ਵੀ ਇਹੀ ਆ ਕਿ ਅਸੀਂ ਇਹ ਬੀਜੇਪੀ ਇੱਕ ਸਰਕਾਰ ਹੈ ਨਰਿੰਦਰ ਮੋਦੀ ਦੀ, ਜਿਨ੍ਹਾਂ ਦੇ ਪ੍ਰਾਈਮ ਮਿਨਿਸਟਰ ਦੇ ਥੱਲੇ, ਕਿ ਜਿਹਦੇ ਵਿੱਚ ਅਮਿਤ ਸ਼ਾਹ ਜੀ ਆਏ। ਅਸੀਂ ਉਹਨਾਂ ਨਾਲ ਖੁੱਲ੍ਹ ਕੇ ਗੱਲ ਕੀਤੀ ਕਿ ਸਾਨੂੰ ਬਹੁਤ ਚਿੰਤਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਅਵਸਥਾ ਬਹੁਤ ਖਰਾਬ ਆ। ਅਸੀਂ ਇਹ ਚਾਹੁੰਦੇ ਆ ਵੀ ਜਿਵੇਂ ਪੁਰਾਣਾ ਟਰੈਕ ਰਿਕਾਰਡ ਬੀਜੇਪੀ ਦਾ, ਭਾਰਤੀ ਜਨਤਾ ਪਾਰਟੀ ਦਾ, ਨਰਿੰਦਰ ਮੋਦੀ ਜੀ ਜਦੋਂ ਮੁੱਖ ਮੰਤਰੀ ਸੀ, ਚਾਹੇ ਉਹ ਗੁਜਰਾਤ 'ਚ ਰਿਹਾ ਜਾਂ ਹੁਣੇ ਰੀਸੈਂਟਲੀ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖੋ ਕਿ ਜੋ ਇਲੈਕਸ਼ਨਾਂ ਹੋਈਆਂ, ਤੁਹਾਨੂੰ ਸਾਰਿਆਂ ਨੂੰ ਪਤਾ, ਆਪਾਂ ਤੁਸੀਂ ਵੀ ਇੱਕ ਬਹੁਤ ਵੱਡਾ ਚੈਨਲ ਚਲਾ ਰਹੇ ਹੋ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਕਾਨੂੰਨ ਅਵਸਥਾ ਔਰ ਜਿਹੜੀ ਮਾੜੀ ਹਾਲਤ ਸੀ ਉਹ ਉੱਤਰ ਪ੍ਰਦੇਸ਼ ਦੀ ਸੀ। ਔਰ ਉਹਦੇ ਵਿੱਚ ਹੁਣ ਸਤਿਆਨਾਥ ਜੋਗੀ ਅੰਡਰ ਦਾ ਏਵਲ ਲੀਡਰਸ਼ਿਪ ਆਫ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ, ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਵਧੀਆ ਕਾਨੂੰਨ ਅਵਸਥਾ ਹੋਈ ਆ। ਜਿਹਨੂੰ ਦੇਖਦੇ ਹੋਏ ਅਸੀਂ ਇਹੀ ਅਮਿਤ ਸ਼ਾਹ ਜੀ ਨੂੰ ਕਿਹਾ ਕਿ ਜਿਹੜੀ ਕਾਨੂੰਨ ਅਵਸਥਾ ਤੁਸੀਂ ਠੀਕ ਕਰ ਸਕਦੇ ਹੋ ਤਾਂ ਉਹ ਸਿਰਫ ਬੀਜੇਪੀ ਆ। ਤੇ ਇਹਨੂੰ ਦੇਖਦੇ ਹੋਏ ਅਸੀਂ ਬੀਜੇਪੀ ਦਾ ਲੜ ਫੜਿਆ। ਔਰ ਅਸੀਂ ਪੰਜਾਬ ਦੇ ਲਈ, ਮੇਰਾ ਇਲੈਕਸ਼ਨ ਲੜਨ ਦਾ ਇੱਕੋ ਇੱਕ ਮੁੱਦਾ ਕਿ ਪੰਜਾਬ ਨੂੰ ਖੁਸ਼ਹਾਲ ਦੇਖਣਾ। ਚਲੋ ਸਭ, ਤੁਹਾਡੀ ਬੀਜੇਪੀ ਦੇ ਵਿੱਚ ਐਂਟਰੀ ਹੋਈ ਹੈ। ਦੇਖੋ, ਕੈਪਟਨ ਅਮਰਿੰਦਰ ਸਿੰਘ ਤੁਹਾਡੇ ਬਹੁਤ ਚੰਗੇ ਦੋਸਤ ਨੇ। ਕੀ ਬੀਜੇਪੀ ਦੇ ਵਿੱਚ ਐਂਟਰੀ ਵਾਇਆ ਕੈਪਟਨ ਅਮਰਿੰਦਰ ਸਿੰਘ ਮੰਨੀਏ ਜਾਂ ਸਿੱਧਾ ਬੀਜੇਪੀ ਨੇ ਤੁਹਾਨੂੰ ਅਪਰੋਚ ਕੀਤਾ? ਦੇਖੋ ਜੀ, ਕੈਪਟਨ ਅਮਰਿੰਦਰ ਸਿੰਘ ਅੱਜ ਵੀ ਮੇਰੇ ਪਰਿਵਾਰ ਦੇ ਮੈਂਬਰ ਆ, ਮੇਰੇ ਦੋਸਤ ਨੇ, ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ। ਸਾਡੀ ਬੀਜੇਪੀ ਦੇ ਵਿੱਚ ਜਿਹੜੀ ਐਂਟਰੀ ਹੈਗੀ ਆ ਉਹ ਡਾਇਰੈਕਟ ਹੈਗੀ ਆ। ਅਸੀਂ ਬੀਜੇਪੀ ਵਿੱਚ ਮੇਰੇ ਆਉਣ ਦਾ ਜਿਹੜਾ ਮੇਨ ਕਾਰਨ ਹੈ, ਜਿਵੇਂ ਪਹਿਲਾਂ ਦੱਸਿਆ ਤੁਹਾਨੂੰ, ਕਿ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਹੁੰਦੀ ਆ, ਜੇ ਅੱਜ ਆਪਣੀ ਆਰਥਿਕ ਹਾਲਤ ਆ ਉਹਨੂੰ ਠੀਕ ਕਰਨ ਲਈ ਜਿੰਨੀ ਦੇਰ ਸੈਂਟਰ ਦੇ ਵਿੱਚੋਂ ਪਲੈਨਿੰਗ ਨਹੀਂ ਬਣੇਗੀ, ਜਿਵੇਂ ਹੁਣ ਸੰਗਰੂਰ ਦੇ ਵਿੱਚ ਸਾਡਾ ਮੇਨ ਮੁੱਦਾ ਜਿਹੜਾ ਹੈਗਾ ਉਹ ਅਨਇੰਪਲੋਇਮੈਂਟ, ਕਿਸਾਨੀ ਮੁੱਦਾ ਹੈ ਜੀ। ਕਿਸਾਨਾਂ ਦੇ ਲਈ ਜਦੋਂ 3 ਬਿੱਲ ਬਣੇ, ਅਸੀਂ ਵੀ ਵਿਰੋਧ ਕੀਤਾ। ਹੁਣ ਮੋਦੀ ਜੀ ਨੇ ਜਦੋਂ 3 ਬਿੱਲ ਵਾਪਸ ਲਏ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਅੱਜ ਵੀ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ, ਜੋ ਮੈਂ ਇਲੈਕਸ਼ਨ ਲੜ ਰਹੇ ਹਾਂ, ਇਹ ਕਾਨੂੰਨ ਅਵਸਥਾ ਤੇ ਆਰਥਿਕ ਹਾਲਤ ਦੇ ਉੱਪਰ ਮੈਂ ਅਮਿਤ ਸ਼ਾਹ ਜੀ ਨਾਲ ਗੱਲ ਕੀਤੀ, ਸਾਡੇ ਗਜਿੰਦਰ ਸ਼ੇਖਾਵਤ ਜੀ ਉਹਨਾਂ ਨਾਲ ਗੱਲ ਕੀਤੀ। ਉਹਨਾਂ ਤੋਂ ਵਾਅਦਾ ਲਿਆ ਕਿ ਤੁਸੀਂ ਪੰਜਾਬ ਦੇ ਵਿੱਚ ਦੁਬਾਰਾ ਜਿਹੜਾ ਖੁਸ਼ਹਾਲ ਸੀ, ਦੇਖੋ ਅੱਜ ਪੰਜਾਬ ਨੰਬਰ 1 ਸੂਬਾ ਹੁੰਦਾ ਸੀ, ਅੱਜ ਪੰਜਾਬ ਆਪਣਾ ਕਿੱਥੇ ਜਾ ਕੇ ਖੜ ਗਿਆ। ਤੋਂ ਇੰਡਸਟਰੀਲਾਈਜੇਸ਼ਨ, ਵੱਡੇ ਪ੍ਰੋਜੈਕਟ ਲਿਆਉਣਾ। ਅੱਜ ਹੀ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਸਵੇਰੇ ਮੇਰੇ ਨਾਲ ਜਿਹੜੇ ਆਪਣੇ ਯੂਨੀਅਨ ਸਟੇਟ ਮਿਨਿਸਟਰ ਆ ਆਪਣੇ ਸੋਮ ਪ੍ਰਕਾਸ਼ ਜੀ, ਉਹਨਾਂ ਨੇ ਬਰਨਾਲੇ ਦੇ ਵਿੱਚ ਅੱਜ ਅਸੀਂ ਇਕੱਠੇ ਸੀ ਸਵੇਰੇ, ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ 25,000 ਕਰੋੜ ਦੀ ਇੰਡਸਟਰੀ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੀ ਇੰਡਸਟਰੀ ਹੈ ਸਿਰਫ ਸੈਂਟਰ ਸਰਕਾਰ ਵੱਡੇ ਵੱਡੇ ਪ੍ਰੋਜੈਕਟ ਜਿਹੜੀ ਦੇ ਸਕਦੀ ਆ, ਜਿਹਦੇ ਨਾਲ ਸਾਨੂੰ ਐਮਪਲੋਇਮੈਂਟ ਮਿਲੇਗੀ। ਜਿਹੜਾ ਸਾਡਾ ਯੂਥ ਆ, ਅੱਜ ਸਾਡਾ ਨੌਜਵਾਨ ਆ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਹੀ, ਉਹ ਸਾਰਾ ਵਿਦੇਸ਼ਾਂ ਜਾ ਰਿਹਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਮੀਡੀਅਮ ਦੇ ਮਾਧਿਅਮ ਕਿ ਇਹ ਜਿਹੜੀਆਂ ਪਾਰਟੀਆਂ ਨੇ, ਕੋਈ ਪੰਜਾਬ ਨੂੰ ਨਸ਼ੇੜੀ ਕਹਿ ਦਿੰਦਾ, ਕੋਈ ਪੰਜਾਬ ਨੂੰ ਗੈਂਗਸਟਰ ਕਹਿ ਦਿੰਦਾ। ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਤੇ ਚੇਤਾਵਨੀ ਵੀ ਦਿੰਦਾ ਕਿ ਪਲੀਜ਼ ਇਹ ਕਹਿਣਾ ਬੰਦ ਕਰ ਦਿਓ। ਇਹ ਸਾਡੀ ਤੋਹੀਨ ਆ, ਸਾਡੀ ਬੇਇੱਜ਼ਤੀ ਆ ਪੰਜਾਬੀਆਂ ਦੀ। ਪੰਜਾਬੀ ਸਾਰੇ ਵਰਲਡ ਦੇ ਵਿੱਚ ਇਹ ਜਾਣੇ ਜਾਂਦੇ ਆ ਇਮਾਨਦਾਰੀ ਲਈ ਔਰ ਆਪਦੀ ਮਿਹਨਤ ਦੇ ਲਈ। ਸਾਰੇ ਵਰਲਡ ਦੇ ਵਿੱਚ ਪੰਜਾਬੀਆਂ ਨੇ ਨਾਂ ਕਮਾਇਆ। ਆਪਦੇ ਵੱਡੇ ਕੰਮ ਕੀਤੇ ਉਹ ਪੰਜਾਬੀਆਂ ਨੇ ਕੀਤੇ।
ਪੰਜਾਬੀ ਮਿਹਨਤ ਦੇ ਕਰਕੇ ਖੁਸ਼ਹਾਲ ਹੋਏ। ਠੀਕ ਹੈ ਢਿੱਲੋਂ ਸਾਹਿਬ, ਪੰਜਾਬ ਦੀ ਨੰਬਰ 1 ਸਟੇਟ, ਕਾਂਗਰਸ ਤੋਂ ਵੱਡਾ ਸਮਾਂ ਤੁਸੀਂ ਕਾਂਗਰਸ 'ਚ ਰਹੇ, ਕਾਂਗਰਸ 'ਚ ਲੰਬਾ ਸਮਾਂ ਹੰਡਾਇਆ। ਮੈਂ ਕਹੂੰਗਾ ਤੁਸੀਂ ਲਾਈਨ ਤੇ ਬਣ ਰਹੇ ਹੋ। ਮੇਰੇ ਸਹਿਯੋਗੀ ਨੀਤਿਕਾ ਮਹੇਸ਼ਵਰੀ ਸਾਡੇ ਨਾਲ ਲਾਈਨ ਤੇ ਨੇ। ਨੀਤਿਕਾ, ਤੁਹਾਡੀ ਅਸੈਸਮੈਂਟ ਜ਼ਿਲ੍ਹਾ ਸੰਗਰੂਰ ਨੂੰ ਲੈ ਕੇ ਕੀ ਕੁਝ ਕਹਿ ਰਹੀ ਹੈ? बिल्कुल, सब तो पहला असी कवल ढिल्लो तो एक सवाल जरूर पूछना चाहांगे। ढिल्लो जी, उस दिन जो तुसी बीजेपी ज्वाइन कर रहे थे, मैं तुहाडे तो उस दिन पूछा सीगा कि की तुसी संगरूर तो इलैक्शन लड़ोगे, तो तुसी कहा सी मैं अनकंडीशनल जिहड़ा है वो बीजेपी दे विच शामिल हो रहा। अजिहा कुछ भी नहीं, पर की तुहानू आइडिया सीगा कि तुहाडे ते तुहानू टिकट जिहड़ी है वो दे सकदी है बीजेपी, क्योंकि उस दिन तुसी इनकार कर दित्ता सीगा लाइव से। मैं तुहानू बिल्कुल अज भी उस स्टैंड ते हां जी। ਜਦੋਂ ਮੈਂ ਬੀਜੇਪੀ ਜੁਆਇਨ ਕੀਤੀ ਮੈਂ ਬਿਲਕੁਲ ਅਨਕੰਡੀਸ਼ਨਲ, ਉਦੋਂ ਸੰਗਰੂਰ ਲੜਨ ਦੀ ਕੋਈ ਇਹ ਗੱਲ ਦੀ ਕੋਈ ਗੱਲਬਾਤ ਨਹੀਂ ਹੋਈ। ਹੁਣ ਇਹਨਾਂ ਦੀ ਜਿਹੜੀ ਪਾਰਲੀਮੈਂਟ ਬੋਰਡ ਆ, ਭਾਰਤੀ ਜਨਤਾ ਪਾਰਟੀ ਇੱਕ ਨੈਸ਼ਨਲ ਪਾਰਟੀ ਆ, ਉਹ ਆਪਦਾ ਸਰਵੇ ਕਰਕੇ ਆਪਦਾ ਅਸੈਸਮੈਂਟ ਕਰਕੇ ਕਿ ਕਿਹੜਾ ਕੈਂਡੀਡੇਟ ਬੈਟਰ ਹੋ ਸਕਦਾ, ਉਸ ਕਰਕੇ ਜੇ ਮੈਨੂੰ ਸੇਵਾ ਦਿੱਤੀ ਆ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ, ਅਮਿਤ ਸ਼ਾਹ ਜੀ ਦਾ, और साडे जेपी नड्डा जी का समूह, साडे सोम प्रकाश जी का और साडे तरुण चुग जी का और साडे जिहड़े अश्विनी शर्मा जी ने इत्थे प्रधान, जिन्हां ने ये मैनूं मौका दिता कि मैं इस इलाके का जंपल हाँ। मैं पिछली दफा भी इत्थे पार्लीमेंट लड़ी सी, मैं आपदे इलाके लई कुछ करना चाहुंदा, तो अज मैनूं मौका मिलिया और मैं उस पार्टी नाल हथ जोड़िया कि जिहदा पुराना ट्रैक रिकॉर्ड बहुत वधिया जी। ढिल्लों साहब, देखो ਤੁਹਾਡੀ ਜਿਹੜੀ ਸਿਆਸੀ ਟੱਕਰ ਹੈ ਉਹ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਕੀ ਮੰਨੀ ਜਾ ਸਕਦੀ ਹੈ, ਸਵਾਲ ਇਹੀ ਹੈ। ਪਰ ਤੁਹਾਡੀਆਂ ਜੁਆਇਨਿੰਗਸ ਕਾਂਗਰਸ ਤੋਂ ਛੱਡ ਕੇ ਤੁਸੀਂ ਬੀਜੇਪੀ 'ਚ ਗਏ, ਪਰ ਸਭ ਤੋਂ ਜਿਹੜਾ ਵੱਡਾ ਸਿਆਸੀ ਵਾਰ ਹੈ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੀਤਾ। ਮੈਨੂੰ ਸ਼ਬਦ ਤਾਂ ਨਹੀਂ ਬੋਲਣਾ ਚਾਹੀਦਾ ਢਿੱਲੋਂ ਸਾਹਿਬ, ਤੁਸੀਂ ਬੜੇ ਸਤਿਕਾਰ ਤੋਂ ਤੁਹਾਡੇ ਸਾਰੇ ਲੀਡਰਾਂ ਨੂੰ ਇੱਥੋਂ ਤੱਕ ਕਿ ਕੂੜਾ ਤੱਕ ਕਹਿ ਦਿੱਤਾ ਗਿਆ ਕਿ ਕਾਂਗਰਸ ਦਾ ਕੂੜਾ ਬੀਜੇਪੀ ਨੇ ਇਕੱਠਾ ਕੀਤਾ ਹੈ। ਕੀ ਮੰਨਦੇ ਹੋ ਇਸ ਮੌਕੇ ਤੇ ਇਹ ਸਿਆਸੀ ਜਿਹੜੀ ਲੜਾਈ ਹੈ, ਇਸ ਦੇ ਮਾਇਨੇ ਤੁਹਾਨੂੰ ਲੱਗਦੇ ਕੀ ਨੇ? ਆਮ ਆਦਮੀ ਪਾਰਟੀ ਨਾਲ ਸਿਆਸੀ ਟੱਕਰ ਮੰਨ ਰਹੇ ਹੋ ਜਾਂ ਕਿਸੇ ਹੋਰ ਸਿਆਸੀ ਧਿਰ ਨਾਲ ਮੰਨ ਰਹੇ ਹੋ? ਨਹੀਂ, ਸਾਡੀ ਕਿਸੇ ਨਾਲ ਕੋਈ ਟੱਕਰ ਨਹੀਂ ਜੀ। ਅਸੀਂ ਜੋ ਅਸੂਲਨ ਤੌਰ ਤੇ ਜੋ ਟਰੈਕ ਰਿਕਾਰਡ ਆ ਭਾਰਤੀ ਜਨਤਾ ਪਾਰਟੀ ਦਾ, ਅਸੀਂ ਜਿੱਤਾਂਗੇ ਇੱਥੋਂ। ਜਿਹੜੇ ਮਿਸ਼ਨ ਨੂੰ ਲੈ ਕੇ ਅਸੀਂ ਚੱਲੇ ਆ, ਕਾਨੂੰਨ ਅਵਸਥਾ ਨੂੰ ਠੀਕ ਕਰਨਾ ਔਰ ਆਰਥਿਕ ਹਾਲਤ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਔਰ ਸਪੈਸ਼ਲੀ ਕਿਸਾਨੀ ਦਾ ਮੁੱਦਾ। ਮੈਂ ਤੁਹਾਡੇ ਮੀਡੀਅਮ ਤੇ ਮਾਧਵ ਨਾਲ ਇਹ ਕਹਿਣਾ ਚਾਹੁੰਦਾ ਕਿ ਮੈਂ ਇਲੈਕਸ਼ਨ ਲੜ ਰਿਹਾ ਪੰਜਾਬ ਦੀ ਆਵਾਜ਼ ਉਠਾਉਣ ਲਈ, ਕਿਸਾਨੀ ਦੀ ਆਵਾਜ਼ ਉਠਾਉਣ ਲਈ। ਜਿੰਨੀ ਦੇਰ ਪੰਜਾਬ ਵਿੱਚ ਕਿਸਾਨੀ ਪ੍ਰਧਾਨ ਸੂਬਾ, ਜਿੰਨੀ ਦੇਰ ਪੰਜਾਬ ਦਾ ਕਿਸਾਨ ਲਾਹੇਵੰਦ ਨਹੀਂ ਹੋ ਸਕਦਾ, ਆਪਣੇ ਪੰਜਾਬ 'ਚ ਖੁਸ਼ਹਾਲੀ ਨਹੀਂ ਆ ਸਕਦੀ। 92 ਤੋਂ ਬਾਅਦ 92 ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੱਡੀ ਇਨਵੈਸਟਮੈਂਟ ਨਹੀਂ ਆ ਰਹੀ। ਜਿੰਨੀ ਦੇਰ ਸੈਂਟਰ ਦੀ ਵੱਡੀ ਨੈਸ਼ਨਲ ਪਾਰਟੀ ਜਿਵੇਂ ਬੀਜੇਪੀ ਦੀ ਸਰਕਾਰ ਆ, ਨਰਿੰਦਰ ਮੋਦੀ ਜੀ ਦਾ ਵਿਜ਼ਨ ਆ, ਉਹਦੇ ਨਾਲ ਪੰਜਾਬ ਦੇ ਵਿੱਚ ਖੁਸ਼ਹਾਲੀ ਆਉਣ ਦੇ ਵਿੱਚ ਅਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਪਾਰਲੀਮੈਂਟ ਦੇ ਵਿੱਚ ਅਸੀਂ ਉਠਾਵਾਂਗੇ ਤਾਂ ਕਿ ਇਹ ਪੰਜਾਬ ਨੂੰ ਖੁਸ਼ਹਾਲ ਕਰ ਸਕੇ। ਬਿਲਕੁਲ, ਪਰ ਢਿੱਲੋਂ ਸਾਹਿਬ ਸੰਗਰੂਰਗੜ੍ਹ ਆਮ ਆਦਮੀ ਪਾਰਟੀ ਦਾ ਮੰਨਿਆ ਜਾਂਦਾ ਹੈ। ਇਹ ਆਮ ਆਦਮੀ ਪਾਰਟੀ ਤਾਂ ਦੇਖੋ ਪਿਛਲੇ 2 ਟਰਮ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਇਸ ਵੇਲੇ, ਉਹ ਜਿੱਤੇ। ਮੈਨੂੰ 2 ਸਾਲ ਪਾਰਲੀਮੈਂਟ 'ਚ ਬੋਲਣਾ ਅਲੱਗ ਗੱਲ ਆ, ਆਪਣੇ ਪਾਰਲੀਮੈਂਟ ਦੇ ਲਈ, ਆਪਣੇ ਇਲਾਕੇ ਦੇ ਲਈ ਕੋਈ ਵੱਡੀ ਚੀਜ਼ ਲਿਆਉਣੀ। ਜਿੰਨੀ ਦੇਰ ਜਿਹੜੀ ਉੱਥੇ ਦੀ ਸਰਕਾਰ ਆ, ਜਿਵੇਂ ਕੇਂਦਰ ਦੀ ਸਰਕਾਰ ਆ, ਤੁਸੀਂ ਉਹਦਾ ਹਿੱਸਾ ਨਹੀਂ ਬਣਦੇ, ਤੁਸੀਂ ਕੁਝ ਨਹੀਂ ਲਿਆ ਸਕਦੇ। ਸਰਦਾਰ ਭਗਵੰਤ ਸਿੰਘ ਮਾਨ ਇੱਕ ਪ੍ਰੋਜੈਕਟ ਦੱਸ ਦੇਣ ਜਿਹੜਾ ਸੰਗਰੂਰ ਦੇ ਲਈ ਲੈ ਕੇ ਆਂਦਾ। ਠੀਕ ਹੈ, 10 ਸਾਲਾਂ ਦੇ ਵਿੱਚ। ਠੀਕ ਹੈ, ਪਰ ਬਹੁਤ ਵੱਡੀ ਚੁਣੌਤੀ ਹੋਏਗੀ। ਦੇਖੋ ਨੀਤਿਕਾ, ਜਿਸ ਹਿਸਾਬ ਨਾਲ ਕੇਵਲ ਸਿੰਘ ਢਿੱਲੋਂ ਪਹਿਲਾਂ ਵੀ ਸਿਆਸੀ ਜਿਹੜੀ ਟੱਕਰ ਕਾਂਗਰਸ ਦੀ ਟਿਕਟ ਤੋਂ ਸੰਗਰੂਰ ਤੋਂ ਦੇ ਚੁੱਕੇ ਨੇ, ਖਾਸ ਕਰਕੇ ਲੋਕ ਸਭਾ ਵਿਧਾਨ ਸਭਾ ਵੀ ਬਹੁਤ ਵਾਰ ਲੜ ਗਿਆ, ਵੱਡੇ ਰੁਤਬਿਆਂ ਤੇ ਰਹੇ ਨੇ, ਪਰ ਇਸ ਮੌਕੇ ਲੱਗਦਾ ਕੀ ਹੈ ਸੰਗਰੂਰ ਨੂੰ ਅਸੀਂ ਜੇ ਬੜੀ ਨਜ਼ਦੀਕ ਤੋਂ ਦੇਖੀਏ ਤਾਂ ਸਾਰੇ ਮੈਂਬਰ ਆਫ ਪਾਰਲੀਮੈਂਟ ਜਿੱਥੇ ਉਹਨਾਂ ਨੂੰ ਹਾਰ ਮਿਲੀ, ਤਾਂ ਸੰਗਰੂਰ ਤੋਂ ਇੱਕੋ ਪਾਰਲੀਮੈਂਟ ਜਿਹੜੇ ਐਮਪੀ ਜਿੱਤੇ ਤਾਂ ਭਗਵੰਤ ਸਿੰਘ ਮਾਨ ਸੀ, ਜਿਨ੍ਹਾਂ ਨੇ 2014 ਤੋਂ ਲੈ ਕੇ ਟਿਲ ਹੁਣ ਤੱਕ ਕਬਜ਼ਾ ਸੰਗਰੂਰ ਸੀਟ ਤੇ ਕੀਤਾ। ਇਹ ਕਿੰਨਾ ਸੌਖਾ ਹੋਏਗਾ ਨੀਤਿਕਾ? ਬਿਲਕੁਲ, ਦੇਖੋ 2014 ਦੀ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਕਿ ਲਗਾਤਾਰ ਜਿਹੜੇ ਨੇ ਭਗਵੰਤ ਮਾਨ ਉਸ ਸੀਟ ਤੋਂ ਜਿੱਤਦੇ ਰਹੇ ਔਰ ਮਾਰਜਨ ਵੀ ਕੋਈ ਛੋਟਾ ਮੋਟਾ ਨਹੀਂ। ਦੇਖੋ ਪਹਿਲਾ 2 ਲੱਖ ਤੋਂ ਜ਼ਿਆਦਾ ਵੋਟਾਂ ਦਾ ਮਾਰਜਨ ਰਿਹਾ
ਦੂਸਰੀ ਵਾਰ ਜਿਹੜਾ ਜਦੋਂ ਕੇਵਲ ਸਿੰਘ ਢਿੱਲੋਂ ਜੀ ਸੈਕੰਡ ਨੰਬਰ ਤੇ ਰਹੇ ਨੇ ਉਦੋਂ ਵੀ 1 ਲੱਖ ਤੋਂ ਜ਼ਿਆਦਾ ਵੋਟਾਂ ਦਾ ਜਿਹੜਾ ਮਾਰਜਨ ਰਿਹਾ ਸੀਗਾ, ਯਾਨੀ ਕਿ ਵੱਡੀ ਜਿੱਤ ਜਿਹੜੀ ਆ ਉਹ ਭਗਵੰਤ ਮਾਨ ਵੱਲੋਂ ਹਾਸਲ ਕੀਤੀ ਗਈ। ਪਰ ਭਗਵੰਤ ਮਾਨ ਇੱਕ ਚਿਹਰਾ ਸੀ। ਹਾਲਾਂਕਿ ਗੁਰਮੇਲ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਸਰਪੰਚ ਨੇ, ਜ਼ਿਲ੍ਹਾ ਇੰਚਾਰਜ ਨੇ, ਤਾਂ ਆਮ ਆਦਮੀ ਪਾਰਟੀ ਦੇ ਤਾਂ ਸਾਰੇ ਵਰਕਰਸ ਉਹਨਾਂ ਨੂੰ ਜਾਣਦੇ ਹੋਣਗੇ, ਪਰ ਭਗਵੰਤ ਮਾਨ ਬਹੁਤ ਵੱਡਾ ਚਿਹਰਾ ਨੇ ਤੇ ਉਹਨਾਂ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਜੇ ਆਮ ਆਦਮੀ ਪਾਰਟੀ ਜਿੱਤਦੀ ਵੀ ਹੈ, ਕਿਉਂਕਿ ਕਾਫੀ ਟਾਈਮ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਜਿਹੜੇ MP ਇੱਥੋਂ ਰਹੇ ਨੇ, ਤਾਂ ਜਿੱਤਦੀ ਵੀ ਹੈ ਤਾਂ ਮਾਰਜਿਨ ਹੋ ਸਕਦਾ ਘਟ ਸਕਦਾ ਹੈ। ਪਰ ਇਹਦੇ ਨਾਲ ਹੀ ਇਸ ਵਾਰ ਦਾ ਚੈਲੰਜ ਜਿਹੜਾ ਹੈ ਉਹ ਕੋਈ ਛੋਟਾ ਮੋਟਾ ਨਹੀਂ ਹੈ, ਕਿਉਂਕਿ ਜਿਹੜੇ ਪਿਛਲੇ ਕੁਝ 2 ਮਹੀਨਿਆਂ ਦੇ ਵਿੱਚ ਇੰਸੀਡੈਂਟਸ ਹੋਏ ਨੇ, ਲੋਕ ਉਸ ਨੂੰ ਵੀ ਜ਼ਰੂਰ ਦੇਖ ਰਹੇ ਨੇ, ਕਿਉਂਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਲੋਕ ਆਪਣੇ ਏਰੀਆ ਦੇ ਮੁੱਦੇ ਜਿਹੜੇ ਨੇ ਉਹ ਦੇਖਦੇ ਨੇ, ਪਰ ਜਦੋਂ MP ਦੀ ਇਲੈਕਸ਼ਨ ਹੁੰਦੀ ਹੈ ਤਾਂ ਜ਼ਿਆਦਾਤਰ ਲੋਕ ਇਹ ਦੇਖਦੇ ਨੇ ਕਿ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਹੈ ਜੀ, ਉਹ ਕਾਫੀ ਜ਼ਿਆਦਾ ਮਾਇਨੇ ਰੱਖਦਾ ਹੈ। ਇਸ ਲਈ ਹੋ ਸਕਦਾ ਉਸ ਦਾ ਫਾਇਦਾ ਕੇਵਲ ਸਿੰਘ ਢਿੱਲੋਂ ਨੂੰ ਵੀ ਪਹੁੰਚ ਸਕਦਾ ਹੈ। ਪਰ ਅਸੀਂ ਜੇ ਗੱਲ ਕੀਤੀ ਜਾਵੇ, ਗੱਲ ਕਰੀਏ ਗੋਲਡੀ ਦੀ, ਤਾਂ ਕਿਤੇ ਨਾ ਕਿਤੇ ਗੋਲਡੀ ਨਾਲ ਜਿਹੜੇ ਯੂਥ ਜਿਹੜਾ ਜੁੜਿਆ ਹੋਇਆ, ਪਰ ਕਾਂਗਰਸ ਨੂੰ ਜਿਸ ਤਰ੍ਹਾਂ ਝਟਕੇ ਲੱਗੇ ਨੇ ਉਸ ਦਾ ਨੁਕਸਾਨ ਜ਼ਰੂਰ ਕਾਂਗਰਸ ਨੂੰ ਹੋਏਗਾ ਕਿ ਜਿਹੜੀ ਪਾਰਟੀ ਆਪਣੀ ਜਿਹੜੀ ਸਾਖ ਨਹੀਂ ਬਚਾ ਪਾ ਰਹੀ, ਆਪਣੇ ਹੀ ਲੀਡਰਸ ਨੂੰ ਆਪਣੀ ਪਾਰਟੀ ਦੇ ਵਿੱਚ ਨਹੀਂ ਰੱਖ ਪਾ ਰਹੀ, ਇਸ ਦਾ ਨੁਕਸਾਨ ਜਿਹੜਾ ਹੈ ਉਹ ਜ਼ਰੂਰ ਪਹੁੰਚ ਸਕਦਾ ਹੈ। ਇਹਦੇ ਨਾਲ ਹੀ ਜੇ ਪੰਥਕ ਵੋਟਾਂ ਦੀ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਮਾਨ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਬੰਦੀ ਸਿੱਖਾਂ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਸੀਗੀ, ਤਾਂ ਉਹ ਵੋਟ ਜਿਹੜੇ ਉਹ ਡਿਵਾਈਡ ਹੋਣ ਦਾ ਕਿਤੇ ਨਾ ਕਿਤੇ ਜਿਹੜਾ ਹੈ ਅਸੀਂ ਕਹਿ ਸਕਦੇ ਕਿ ਡਿਵਾਈਡ ਹੋਣਗੀਆਂ। ਇਹੀ ਕਾਰਨ ਹੈ ਕਿ ਦੋਵਾਂ ਨੂੰ ਹੀ ਨੁਕਸਾਨ ਜਿਹੜਾ ਚਾਹੇ ਅਕਾਲੀ ਦਲ ਹੋਵੇ ਜਾਂ ਫਿਰ ਅਕਾਲੀ ਦਲ ਮਾਨ ਹੋਵੇ, ਦੋਵਾਂ ਨੂੰ ਇਸਦਾ ਨੁਕਸਾਨ ਜਿਹੜਾ ਉਹ ਜ਼ਰੂਰ ਹੋ ਸਕਦਾ ਹੈ। ਫਿਲਹਾਲ ਦੇਖਣਾ ਹੋਵੇਗਾ, ਟੱਕਰ ਜਿਹੜੀ ਹੈ ਜ਼ਰੂਰ ਇੱਕ ਕੜੀ ਟੱਕਰ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲੇਗੀ, ਪਰ ਆਮ ਆਦਮੀ ਪਾਰਟੀ ਬੀਜੇਪੀ ਨੂੰ ਸ਼ਾਇਦ ਚੁਣੌਤੀ ਮੰਨਦੀ ਹੈ ਸਿਰਫ, ਤੇ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਉਹ ਵੀ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਫਿਲਹਾਲ ਇਸ ਚੁਣੌਤੀ ਮੰਨਦੀ ਹੈ। ਤੇ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਕਾਂਗਰਸ, ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਪਾਰਟੀ ਨੂੰ ਕਿਸ ਤਰ੍ਹਾਂ ਇਸ ਵਾਰ ਨੁਕਸਾਨ ਜਿਹੜਾ ਹੈ ਹੋ ਸਕਦਾ। ਬਿਲਕੁਲ ਢਿੱਲੋਂ ਸਾਹਿਬ, ਦੇਖੋ ਸਿਮਰਨਜੀਤ ਸਿੰਘ ਮਾਨ ਦਾ ਵੀ ਜ਼ਿਕਰ ਹੋ ਰਿਹਾ, ਸੁਖਬੀਰ ਸਿੰਘ ਬਾਦਲ ਵੱਲੋਂ ਉਤਾਰੇ ਗਏ ਕੈਂਡੀਡੇਟ ਦਾ ਵੀ ਜ਼ਿਕਰ ਹੋ ਰਿਹਾ ਹੈ। ਪੰਥਕ ਵੋਟਾਂ ਨੂੰ ਬੀਜੇਪੀ ਕਿਸ ਸੰਦਰਭ 'ਚ ਦੇਖ ਰਹੀ ਹੈ? ਦੇਖੋ ਜੀ, ਇਹ ਤਾਂ ਮੈਂ ਜਿਵੇਂ ਪਹਿਲਾਂ ਦੱਸ ਚੁੱਕਿਆ ਕਿ ਜਿਵੇਂ ਮਹੇਸ਼ਵਰੀ ਨੇ ਬਿਲਕੁਲ ਠੀਕ ਆਪਣੇ ਆਪ ਹੀ ਤੋਂ ਦੱਸ ਰਿਹਾ ਕਿ 2.5 ਮਹੀਨਿਆਂ ਦੇ ਵਿੱਚ ਜਿਹੜੀ ਸਰਕਾਰ ਨੂੰ ਐਡਾ ਵੱਡਾ ਫਤਵਾ ਮਿਲਿਆ ਸੀ, ਲੋਕੀ ਅੱਜ ਸਹਿਮੇ ਹੋਏ ਆ, ਲੋਕੀ ਅੱਜ ਡਰੇ ਹੋਏ ਨੇ। ਸੋ ਲੋਕਾਂ ਨੂੰ ਇੱਕ ਸਕੂਨ ਚਾਹੀਦਾ, ਲੋਕਾਂ ਨੂੰ ਇੱਕ ਕਾਨੂੰਨ ਅਵਸਥਾ ਦੇ ਵਿੱਚ ਕੋਈ ਰਾਹਤ ਚਾਹੀਦੀ ਆ। ਉਹ ਕੌਣ ਦੇ ਸਕਦਾ? ਜਿਹੜੀ ਸੈਂਟਰ ਦੀ ਸਰਕਾਰ, ਜਿਹਦੇ ਕੋਲ ਹੁਣ ਪੰਜਾਬ ਦੀ ਸਰਕਾਰ ਦੀ ਰੈਵਨਿਊ ਦੀ ਗੱਲ ਕਰ ਲਈਏ, ਪੈਸੇ ਦੀ ਗੱਲ ਕਰ ਲਈਏ, ਇਹਨਾਂ ਦੀ ਸਰਕਾਰ ਦੀ ਕੋਈ ਵੀ ਸਕੀਮ ਜਿਹੜੀ ਕਹਿੰਦੇ ਸੀ ਅਸੀਂ ਆਹ ਚੀਜ਼ਾਂ ਕਰਾਂਗੇ, ਅਸੀਂ ਰੇਤ ਦੀ ਪਾਲਿਸੀ ਲਿਆਵਾਂਗੇ, ਅਸੀਂ ਲਿਕਰ ਦੀ ਪਾਲਿਸੀ ਲਿਆਵਾਂਗੇ, ਜੋ ਨੁਕਸਾਨ ਤਾਂ ਹੋਏਗਾ ਨਾ। ਦੇਖੋ, ਇੱਕ ਪਾਸੇ ਪੰਥਕ ਵੋਟ ਦਾ ਜ਼ਿਕਰ ਹੋ ਰਿਹਾ ਹੈ, ਰਾਜਵਾਨਾ ਦੇ ਭੈਣ ਕਮਲਦੀਪ ਕੌਰ ਨੂੰ ਟਿਕਟ ਦਿੱਤੀ ਹੈ, ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਜੋ ਖਾਲਿਸਤਾਨ ਦਾ ਜ਼ਿਕਰ ਕਰਦੇ ਨੇ ਉਹਨਾਂ ਨੂੰ ਪਾਰਟੀ ਤੋਂ ਉਮੀਦਵਾਰ ਡਿਕਲੇਅਰ ਕੀਤਾ ਗਿਆ ਹੈ। ਪਰ ਪੰਥਕ ਵੋਟਾਂ ਇੱਕ ਪਾਸੇ ਹਾਲਾਂਕਿ ਵੰਡੀਆਂ ਜਾਣਗੀਆਂ, ਸੁਭਾਵਿਕ ਹੈ। ਦੇਖੋ, ਦੋ ਧੜੇ ਨੇ, ਦੋ ਪਾਰਟੀਆਂ ਨੇ, ਪਰ ਬੀਜੇਪੀ ਕਿਵੇਂ ਇਸ ਸਾਰੇ ਕੇਸ ਚੁੱਭਰੇਗੀ? ਦੇਖੋ, ਪੰਥਕ ਵੋਟਾਂ ਦੀ ਵੀ ਤਾਂ ਲੋੜ ਬੀਜੇਪੀ ਨੂੰ ਹੈ ਨਾ, ਵੱਡੀ ਚੁਣੌਤੀ ਹੈ ਤੁਹਾਡੇ ਸਾਹਮਣੇ। ਦੇਖੋ, ਨਹੀਂ ਮੈਂ ਚੁਣੌਤੀ ਨੂੰ ਨਹੀਂ ਮੰਨਦਾ। ਮੈਂ ਜਿਹੜੀ ਗੱਲ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਕਾਨੂੰਨ ਅਵਸਥਾ ਨੂੰ ਲੈ ਕੇ ਕੌਣ ਠੀਕ ਕਰ ਸਕਦਾ, ਇਹ ਚੁਣੌਤੀਆਂ ਜਿਹੜੀਆਂ ਇਸ ਵੇਲੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਚੁਣੌਤੀ ਆ ਕਿ ਲੋਕੀ ਸਹਿਮੇ ਹੋਏ ਨੇ, ਲੋਕੀ ਘਰੋਂ ਡਰਦੇ। ਹੁਣ ਤੁਸੀਂ ਕੱਲ ਦੇਖੋ, ਮਲੇਰਕੋਟਲੇ ਦੇ ਕੋਲੇ ਦਿਨ ਦਿਹਾੜੇ ਇੱਕ ਆਦਮੀ ਦਾ ਸਿਰ ਕੱਟ ਦਿੱਤਾ ਗਿਆ। ਤੁਸੀਂ ਬੰਧਨੀ ਕਲਾ ਦੇਖੋ, ਸੜਕ ਦੇ ਉੱਪਰ ਭਜਾ ਕੇ, ਤੁਹਾਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਸਾਰਾ ਕੁਝ ਕਵਰ ਕਰਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਉਹ ਤਲਵਾਰਾਂ ਦੇ ਨਾਲ ਸੜਕ ਤੇ ਭਜਾ ਕੇ ਉਸ ਨੌਜਵਾਨ ਨੂੰ ਉਹਦੇ ਹੱਥ ਪੈਰ ਕੱਟ ਦਿੱਤੇ ਗਏ। ਹਰ ਰੋਜ਼ ਕੋਈ ਨਾ ਕੋਈ, ਦੇਖੋ ਗੱਲ ਇਹ ਹੁੰਦੀ ਆ ਵੀ ਜਿੰਨੀ ਦੇਰ ਜਿੰਨੇ ਦਿਨਾਂ ਦੀ ਇਹਨਾਂ ਦੀ ਸਰਕਾਰ ਆਈ ਆ, ਮੇਰਾ ਖਿਆਲ ਉਸ ਤੋਂ ਜ਼ਿਆਦਾ ਕਤਲ ਹੋ ਚੁੱਕੇ ਆ। ਸੋ ਇਸ ਕਰਕੇ ਲੋਕਾਂ ਨੂੰ ਇਸ ਵੇਲੇ ਲੋਕੀ ਇਹ ਚਾਹੁੰਦੇ ਵੀ ਸਾਡੇ ਲਈ ਕਾਨੂੰਨ ਅਵਸਥਾ ਨੂੰ ਠੀਕ ਕੌਣ ਕਰ ਸਕਦਾ। ਬਿਲਕੁਲ ਢਿੱਲੋਂ ਸਾਹਿਬ, ਇਹ ਸੀਟ ਬੀਜੇਪੀ ਪੰਜਾਬ ਦਾ ਸਿਆਸੀ ਭਵਿੱਖ ਤੈਅ ਕਰਕੇ। ਬਹੁਤ ਸ਼ੁਕਰੀਆ ਢਿੱਲੋਂ ਜੀ, ਸਾਡੇ ਨਾਲ ਜੁੜਨ ਦੇ ਲਈ। ਨਿਤਕਾ, ਤੁਹਾਡਾ ਵੀ ਬਹੁਤ ਸ਼ੁਕਰੀਆ। ਸੋ ਬੀਜੇਪੀ ਸੰਗਰੂਰ ਦੇ ਵਿੱਚ ਕਿਸਮਤ ਅਜ਼ਮਾ ਰਹੀ ਹੈ। ਸਾਬਕਾ ਕਾਂਗਰਸੀ ਲੀਡਰਾਂ ਨੂੰ ਬੀਜੇਪੀ 'ਚ ਸ਼ਾਮਲ ਕਰਵਾਇਆ ਗਿਆ। ਕੇਵਲ ਸਿੰਘ ਢਿੱਲੋਂ ਸੀਨੀਅਰ ਲੀਡਰਾਂ 'ਚੋਂ ਇੱਕ ਮੰਨੇ ਜਾਂਦੇ ਨੇ, ਜਿਹੜੇ ਪਹਿਲਾਂ ਵੀ ਸਿਆਸੀ ਟੱਕਰ ਭਗਵੰਤ ਸਿੰਘ ਮਾਨ ਨੂੰ ਦੇ ਚੁੱਕੇ ਨੇ, ਪਰ ਹਾਰ ਨਸੀਬ ਹੋਈ ਸੀ। ਪਰ ਇਸ ਵਾਰ ਦੇਖਣਾ ਸੁਭਾਵਿਕ ਹੈ ਬੀਜੇਪੀ ਕਿਹੜੀ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ।